का विछड़िया हर मेलो सज्जन सैन, हर दुध बिन खाक रुलना, कहिए किथे वेण, नानक की बेनंतियाँ गुरु प्यारी सत्कारयोग साध संगत जी राधा स्वामी। ना सुख विच ग्रस्त दे ना सुख छड़ गया, सुख है विचार दे संता सरन पिया। ਉਹ ਭਾਈ ਛੱਡ ਕੇ ਇਸ ਸੰਸਾਰ ਨੂੰ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਛੱਡ ਕੇ ਨਹੀਂ ਬੈਠਣਾ, ਕਰਮਾਂ ਦਾ ਭੁਗਤਾਨ ਦੇਣਾ ਹੈ। ਉਹ ਗ੍ਰਸਤੀ ਵਿੱਚ ਰਹਿ ਕੇ ਆਪਣੇ ਕੰਮਕਾਰਾਂ ਨੂੰ ਕਰਦੇ ਹੋਏ ਆਪਣੀ ਸੁਰਤ ਨੂੰ ਉਸ ਮਾਲਕ ਦੇ ਨਾਲ ਜੋੜ ਕੇ ਰੱਖਣਾ ਹੈ। ਤੁਰਦੇ ਫਿਰਦੇ ਉੱਠਦੇ ਬੈਠਦੇ ਹਮੇਸ਼ਾ ਹੀ ਉਸ ਮਾਲਕ ਨੂੰ ਯਾਦ ਰੱਖਣਾ ਹੈ, ਇੱਕ ਪਲ ਵੀ ਭੁੱਲਣਾ ਨਹੀਂ, ਕਿਉਂਕਿ ਮਾਲਕ ਤਾਂ ਸਾਡੇ ਕੋਲ ਹੈ, ਹਰ ਵਕਤ ਹੈ, ਹਮੇਸ਼ਾ ਹੀ ਹੈ, ਉਹ ਸਾਡੇ ਕੋਲ ਹੈ। ਉਹ ਸਾਡੇ ਨਾਲ ਹੈ। ਹਜ਼ੂਰ ਕੀ ਸਮਝਾਉਂਦੇ ਹਨ? ਯੂ ਆਰ ਦਾ ਟੈਂਪਲ ਆਫ ਲਿਵਿੰਗ ਗੋਡ। ਤੁਸੀਂ ਖੁਦ ਉਸ ਮਾਲਕ ਦੇ ਰਹਿਣ ਵਾਲਾ ਮੰਦਿਰ ਹੈ, ਜੋ ਸਾਡੇ ਅੰਦਰ ਰਹਿੰਦਾ ਹੈ। ਜੀਵ ਹੋ, ਪਰਮਾਤਮਾ ਸਾਡੇ ਸਰੀਰ ਦੇ ਅੰਦਰ ਹੈ, ਬਾਹਰ ਨਹੀਂ ਹੈ। ਖੁਦ ਯੂ ਆਰ ਦਾ ਟੈਂਪਲ ਆਫ ਲਿਵਿੰਗ ਗੋਡ। ਤੁਸੀਂ ਖੁਦ ਉਸ ਮਾਲਕ ਦੇ ਰਹਿਣ ਵਾਲੇ ਸਰੀਰ ਦੇ ਅੰਦਰ ਮੰਦਿਰ ਹੋ। ਅਸੀਂ ਬਾਹਰ ਲੱਭਦੇ ਫਿਰਦੇ ਹਾਂ। ਭੀਖਾ ਸਾਹਿਬ ਜੀ, ਸੰਤ ਭੀਖਾ ਸਾਹਿਬ ਜੀ ਹੋਏ ਹਨ, ਉਹ ਕੀ ਸਾਨੂੰ ਸਮਝਾਉਂਦੇ ਨੇ? ਭੀਖਾ ਭੁੱਖਾ ਕੋਈ ਨਹੀਂ, ਸਭ ਕੀ ਗਟਰੀ ਲਾਲ, ਗਹਿ ਖੋਲ ਨਹੀਂ ਜਾਣਤੇ ਤਹੇ ਪਏ ਕੰਗਾਲ। ਭਾਈ ਸਭ ਦੇ ਅੰਦਰ ਮਾਲਕ ਬੈਠਾ ਹੈ, ਸਾਰੇ ਹੀ ਰੂਹਾਨੀਅਤ ਸਭ ਨੂੰ ਮਾਲਕ ਨੇ ਬਰਾਬਰ ਦਿੱਤੀ ਹੈ, ਬਖਸ਼ੀ ਹੈ। ਉਹ ਸਭ ਦੇ ਕੋਲ ਹੈ, ਕਿਸੇ ਨੂੰ ਜ਼ਿਆਦਾ ਨਹੀਂ, ਕਿਸੇ ਕੋਲ ਘੱਟ ਨਹੀਂ। ਹਜ਼ੂਰ ਬਾਰ-ਬਾਰ ਇਸ ਗੱਲ ਨੂੰ ਸਾਨੂੰ ਸਮਝਾਇਆ ਕਰਦੇ ਹਨ, ਲੇਕਿਨ ਅਸੀਂ ਕੀ ਕਰਦੇ ਹਾਂ? ਅਸੀਂ ਉਸ ਦੀ ਖੋਜ ਨਹੀਂ ਕਰ ਰਹੇ। ਪਹਿਲਾਂ ਤਾਂ ਅਸੀਂ ਬੈਠਦੇ ਨਹੀਂ, ਜੇ ਬੈਠਦੇ ਹਾਂ ਤਾਂ ਧਿਆਨ ਸਾਡਾ ਬਾਹਰਲੀ ਤਰਫ ਹੈ। ਜੋ ਬਾਹਰਲੀ ਤਰਫ ਹੈ ਭਾਈ, ਉਹ ਉਸ ਨੂੰ ਕਿਸ ਤਰ੍ਹਾਂ ਫਲ ਲੱਗੂਗਾ? ਫਲ ਤਾਂ ਹੀ ਲੱਗੂਗਾ ਜੇ ਕੋਈ ਪਰਹੇਜ਼ ਕਰਾਂਗੇ। ਇੱਕ ਡਾਕਟਰ ਦਵਾਈ ਦਿੰਦਾ ਹੈ, ਨਾਲ ਪਰਹੇਜ਼ ਵੀ ਰੱਖਦਾ ਹੈ ਕਿ ਭਾਈ ਇਹ ਖਾਣਾ ਹੈ, ਇਹ ਪੀਣਾ ਹੈ, ਇਹ ਨਹੀਂ ਖਾਣਾ, ਇਹ ਨਹੀਂ ਪੀਣਾ। ਲੇਕਿਨ ਅਸੀਂ ਪਰਹੇਜ਼ ਕਰਦੇ ਨਹੀਂ। ਸਾਨੂੰ ਵੀ ਕੁਝ ਪਰਹੇਜ਼ ਕਰਨ ਦੇ ਹਦਾਇਤ ਦਿੱਤੀ ਗਈ ਹੈ, ਸਮਝਾਇਆ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਭਜਨ ਸਿਮਰਨ ਦਾ ਅਸੀਂ ਖਾਨਾ ਪੂਰਤੀ ਕਰੀ ਜਾਈਏ, ਲੇਕਿਨ ਅਸੀਂ ਪਰਹੇਜ਼ ਨਹੀਂ ਕਰਨਾ। ਜਦੋਂ ਤੱਕ ਦੋ ਹੀ ਚੀਜ਼ਾਂ ਹਨ, ਬੜੇ ਧਿਆਨ ਨਾਲ ਸੁਣਨਾ ਹੈ ਔਰ ਸਮਝਣਾ ਹੈ, ਵਿਚਾਰਨਾ ਹੈ ਔਰ ਚੱਲਣਾ ਹੈ।
ਕੋਈ ਮਰਜ਼ੀ, ਪਹਿਲਾਂ ਵੀ ਇੱਕ ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖੀ ਸੀ ਕਿ ਇੱਕ 5 ਘੰਟੇ ਸਿਮਰਨ ਕਰਦਾ ਰਹੇ, ਉਹ ਰੱਜ ਕੇ ਸੇਵਾ ਭਾਵਨਾ ਦੇ ਨਾਲ ਸੇਵਾ ਕਰਦਾ ਰਹੇ, ਲੇਕਿਨ ਉਹਦੇ ਵਿੱਚ ਬਦਲਾਵ ਨਹੀਂ ਆਉਂਦਾ। 5 ਘੰਟੇ ਸਿਮਰਨ ਤੇ ਬੈਠਾ ਹੈ, ਸੇਵਾ ਤੇ ਸੇਵਾ ਕਰਨ ਵੀ ਜਾਂਦਾ ਹੈ, ਲੇਕਿਨ ਬਦਲਾਵ ਫਿਰ ਵੀ ਨਹੀਂ ਆਇਆ, ਕਿਉਂਕਿ ਉਹ ਆਪਣਾ ਵਕਤ ਉੱਥੇ ਜ਼ਰੂਰ ਦੇ ਰਿਹਾ ਹੈ, ਲੇਕਿਨ ਜਦੋਂ ਬੈਠਦਾ ਹੈ ਜਾਂ ਤਾਂ ਸੋ ਗਿਆ ਜਾਂ ਧਿਆਨ ਬਾਹਰ ਹੈ। ਕਿਵੇਂ ਚੇਂਜਿੰਗ ਆਊਗਾ? ਨਹੀਂ ਆ ਸਕਦੀ। ਅਸੀਂ ਸੇਵਾ ਤੇ ਜਾਂਦੇ ਹਾਂ, ਗੱਪਾਂ ਮਾਰ ਕੇ, ਰਿਸ਼ਤੇ ਬਣਾ ਕੇ, ਲੰਗਰ ਖਾ ਕੇ ਆਪਣੇ ਘਰ ਨੂੰ ਵਾਪਸ ਆ ਜਾਂਦੇ ਹਾਂ। ਨਾ ਤਾਂ ਭਾਈ ਉਹ ਸੇਵਾ ਹੈ, ਨਾ ਹੀ ਸਿਮਰਨ ਹੈ। ਕਦੀ ਚੇਂਜਿੰਗ ਨਹੀਂ ਆ ਸਕਦੀ। ਫਿਰ 5 ਵਿਕਾਰਾਂ ਦੇ ਵਿੱਚ ਉਵੇਂ ਦੇ ਉਵੇਂ ਬੈਠੇ ਹਾਂ। ਜਿਹੜਾ ਵਿਕਾਰ ਆਂਦਾ ਹੈ, ਕੰਨ ਤੋਂ ਫੜਦਾ ਹੈ, ਆਪਣੀ ਤਰਫ ਖਿੱਚ ਕੇ ਲੈ ਜਾਂਦਾ ਹੈ, ਅਸੀਂ ਪਿੱਛੇ ਉਹਦੇ ਦੌੜੇ ਜਾਂਦੇ ਹਾਂ। ਉਹ ਚੰਗੀ ਤਰ੍ਹਾਂ ਸਾਨੂੰ ਮਾਰ ਮਾਰ ਕੇ ਘਸੀਟ ਕੇ ਸਾਡਾ ਨੱਕ ਘਿਸਾ ਦਿੰਦਾ ਹੈ, ਸਾਡਾ ਹਾਲ ਬੁਰਾ ਕਰ ਦਿੰਦਾ ਹੈ। ਜਦੋਂ ਹੋਸ਼ ਆਉਂਦੀ ਹੈ ਤਾਂ ਅਸੀਂ ਸੋਚਦੇ ਹਾਂ ਕੀ ਕਰਕੇ ਬੈਠ ਗਏ। ਫਿਰ ਵਿਚਾਰਦੇ ਵੀ ਨਹੀਂ ਕਿ ਅੱਗੇ ਤੋਂ ਨਹੀਂ ਕਰਨਾ, ਅੱਗੇ ਤੋਂ ਇਸ ਰਸਤੇ ਤੇ ਨਹੀਂ ਚੱਲਣਾ। ਸੋਚਦੇ ਹਾਂ, ਫਿਰ ਆਪਣੇ ਨੂੰ ਬੇਬਸ ਕਰਕੇ ਬੈਠ ਜਾਂਦੇ ਹਾਂ। ਐਵੇਂ ਜ਼ਿੰਦਗੀ ਸਾਡੀ ਨਿਕਲਦੀ ਜਾ ਰਹੀ ਆ। ਨਿਕਲਦੀ ਅਸ ਉਸ ਪੜਾਅ ਤੇ ਆ ਗਏ ਕਿ ਥੋੜੀ ਰਹਿ ਗਈ ਤੇ ਥੋੜੀ ਨਿਕਲ ਗਈ। ਕੱਲ ਦਾ ਪਤਾ ਨਹੀਂ, ਆਸਾ ਪਰਵਤ ਜਿੰਨੀਆਂ ਮੌਤ ਤਲਾਵਾਂ ਹੇਠ, ਸਮਾਨ 100 ਬਰਸ ਕਾ ਪਲ ਕੀ ਖਬਰ ਨਹੀਂ। ਸਮਾਨ ਅਸੀਂ ਇੰਨਾ ਬੰਨਣ ਲੱਗੇ ਹੋਏ ਆ ਕਿ ਅਸੀਂ ਪਤਾ ਨਹੀਂ ਕਿੰਨੇ ਸਾਲ ਰਹਿਣਾ ਹੈ। ਭਾਈ ਆਪਾਂ ਨੇ ਚੱਲਣਾ ਹੈ, ਜਾਣਾ ਹੈ, ਆਪਣੇ ਘਰ ਵਾਪਸ ਜਾਣਾ ਹੈ, ਔਰ ਖਾਲੀ ਹੱਥ ਆਏ ਹਾਂ, ਖਾਲੀ ਹੱਥ ਜਾਣਾ ਹੈ। ਇੱਕ ਵਾਰੀ ਦੀ ਗੱਲ ਹੈ, ਰਾਜਾ ਸਿਕੰਦਰ ਆਪਾਂ ਸਾਰੇ ਹੀ ਜਾਣਦੇ ਹਾਂ। ਜਦੋਂ ਰਾਜਾ ਸਿਕੰਦਰ ਇੱਕ ਰਾਜੇ ਤੋਂ ਦੂਜੇ ਰਾਜੇ, ਦੂਜੇ ਤੋਂ ਤੀਜੇ ਰਾਜੇ ਵਿੱਚ ਰਾਜ ਵਾਸਤੇ ਆਪਣੇ ਜਾਣ ਲੱਗਿਆ, ਭੱਜਣ ਲੱਗਿਆ, ਤੇ ਉਹਦੇ ਅੰਦਰ ਇੱਕ ਇਹਦੀ ਇੱਛਾ ਜਾਗੀ ਕਿ ਮੈਂ ਪੂਰੇ ਜਹਾਨ ਦੇ ਹੀ ਉੱਪਰ ਮੈਂ ਆਪਣਾ ਰਾਜ ਚਲਾਵਾਂ। ਜਿੱਤਦਾ ਗਿਆ ਔਰ ਉਸ ਇਨਸਾਨ ਨੇ ਕਾਫੀ ਰਾਜਿਆਂ ਦੇ ਰਾਜ ਕਿਰਾ ਕੀਤਾ ਤੇ ਸੋਨੇ ਦੀ ਔਰ ਦੌਲਤ ਬਹੁਤ ਇਕੱਠੀ ਕਰ ਲਈ। ਜਦੋਂ ਦੌਲਤ ਇਕੱਠੀ ਕੀਤੀ ਤਾਂ ਇੱਕ ਦਿਨ ਉਹਦੀ ਤਬੀਅਤ, ਉਹਦੀ ਸਿਹਤ ਖਰਾਬ ਹੋ ਗਈ। ਤਾਂ ਉਸ ਵੇਲੇ ਆਯੁਰਵੈਦਿਕ ਹਕੀਮ ਹੋਇਆ ਕਰਦੇ ਸੀ, ਬੜੇ ਬੜੇ ਹਕੀਮਾਂ ਨੂੰ, ਸਮਝਦਾਰਾਂ ਨੂੰ, ਐਕਸਪੀਰੀਅੰਸ ਹੋਲਡਰਾਂ ਨੂੰ ਬੁਲਾਇਆ ਗਿਆ। ਸਾਰਿਆਂ ਨੇ ਰਾਜੇ ਦੇ ਅੱਗੇ ਹੱਥ ਖੜੇ ਕਰ ਦਿੱਤੇ। ਰਾਜੇ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਦਵਾ ਨਹੀਂ ਮੈਨੂੰ ਠੀਕ ਕਰਨ ਦੀ? ਉਹਨਾਂ ਨੇ ਕਿਹਾ, ਨਹੀਂ ਰਾਜਾ, ਦਵਾਈ ਕੰਮ ਨਹੀਂ ਕਰ ਰਹੀ, ਸਾਡੀ ਹੁਣ ਬੇਬਸ ਹੈ। ਰਾਜੇ ਨੇ ਕਿਹਾ, ਮੈਂ ਤੁਹਾਨੂੰ ਸੋਨੇ ਦੇ ਨਾਲ ਲੱਦ ਦਊਂਗਾ, ਜਿੰਨਾ ਤੁਹਾਡਾ weight ਹੈ ਓਨਾ ਸੋਨਾ ਤੁਹਾਨੂੰ ਦੇ ਦਊਂਗਾ। ਉਹ ਕਹਿੰਦੇ ਜੀ ਨਹੀਂ, ਕਿਸੇ ਕੰਮ ਦਾ ਨਹੀਂ। ਉਹ ਕਹਿੰਦੇ ਅੱਧਾ ਰਾਜ ਪਾਠ ਦੇ ਦਊਂਗਾ। ਉਹ ਕਹਿੰਦੇ ਨਹੀਂ, ਹੁਣ ਤੁਹਾਨੂੰ ਬੁਲਾਵਾ ਉਹ ਮਾਲਕ ਦਾ ਆ ਗਿਆ, ਹੁਣ ਸਾਡੇ ਹੱਥ ਖੜੇ ਨੇ, ਅਸੀਂ ਨਹੀਂ ਬਚਾ ਸਕਦੇ। ਉਹ ਕਹਿੰਦਾ ਸਾਰਾ ਰਾਜ ਪਾਠ ਦੇ ਦਊਂਗਾ। ਹੱਥ ਖੜੇ ਕਰ ਲਏ ਹਕੀਮਾਂ ਨੇ ਕਿ ਨਹੀਂ, ਹੁਣ ਅਸੀਂ ਨਹੀਂ ਕਰ ਸਕਦੇ ਕੁਝ ਵੀ। ਕਹਿੰਦਾ ਮੈਂ ਇੰਨਾ ਸੋਨਾ ਰਾਜ ਕਰਦਾ ਆਇਆ, ਇੰਨੇ ਬੜੇ ਬੜੇ ਮੈਂ ਸਾਰਿਆਂ ਨੂੰ ਜਿੱਤਦਾ ਆਇਆ, ਉਹ ਸੋਨਾ ਇਕੱਠਾ ਕਰਦਾ ਮੇਰੇ ਵਾਸਤੇ ਕਿਸੇ ਕੰਮ ਦੇ ਨਹੀਂ।
ਅੱਜ ਇੱਕ ਸਵਾਸ ਨਹੀਂ ਦੇ ਸਕਦੇ, ਤੇ ਫਿਰ ਇਹ ਦੌਲਤ ਮੇਰੇ ਕਿਸ ਕੰਮ ਦੀ? ਤਾਂ ਰਾਜਾ ਸਿਕੰਦਰ ਨੇ ਐਲਾਨ ਕੀਤਾ ਕਿ ਜਦੋਂ ਮੈਂ ਸੰਸਾਰ ਛੱਡ ਕੇ ਜਾਵਾਂ ਤਾਂ ਮੇਰੇ ਦੋਨੋਂ ਹੱਥ ਬਾਹਰ ਕੱਢ ਦਈਓ, ਤਾਂ ਜੋ ਘੱਟੋ ਘੱਟ ਮੈਂ ਸੰਦੇਸ਼ ਦੇ ਜਾਵਾਂ ਕਿ ਭਾਈ ਖਾਲੀ ਆਇਆ ਸੀ ਤੇ ਖਾਲੀ ਚੱਲਿਆ, ਚਾਹੇ ਮੈਂ ਰਾਜ ਔਰ ਸੋਨਾ ਇਕੱਠਾ ਕੀਤਾ, ਲੇਕਿਨ ਮੇਰੇ ਕਿਸੇ ਕੰਮ ਦਾ ਨਹੀਂ, ਇੱਕ ਸਵਾਸ ਨਹੀਂ ਦੇ ਸਕਿਆ। ਮੈਂ ਖਾਲੀ ਆਇਆ ਸੀ ਔਰ ਖਾਲੀ ਤੁਹਾਡੇ ਅੱਗੇ ਸਾਹਮਣੇ ਜਾ ਰਿਹਾ ਹਾਂ। ਇਸ ਕਰਕੇ ਉਹ ਦੌਲਤ ਇਕੱਠੀ ਕਰੋ ਕਿ ਤੁਹਾਡੇ ਨਾਲ ਜਾਊਗੀ, ਤੁਹਾਡੇ ਨਾਲ ਜਾਣੀ ਹੈ। ਉਹ ਇੱਕੋ ਹੀ ਹੈ, ਸ਼ਬਦ ਦੀ ਕਮਾਈ, ਨਾਮ ਦੀ ਕਮਾਈ। ਕਿਉਂਕਿ ਗੁਰੂ ਆਪਣਾ ਹੋਊਗਾ, ਆਪਣਾ, ਅਸੀਂ ਉਹਦੇ ਬਣਾਂਗੇ, ਫਿਰ ਸਾਨੂੰ ਸੋਚਣ ਦੀ ਲੋੜ ਨਹੀਂ, ਵਿਚਾਰਨ ਦੀ ਲੋੜ ਨਹੀਂ, ਫਿਰ ਉਹ ਸਾਡੇ ਨਾਲ ਖੜਿਆ ਹੈ। ਫਿਰ ਸੱਜਣ ਸੀਆ ਨਾਲ ਮੈਨ, ਸੱਜਣ ਸੀਆ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਫਿਰ ਉਹ ਮਾਲਕ ਹੈ ਕਿਹੜਾ, ਉਹ ਜਿੱਥੇ ਲੇਖਾ, ਉਹ ਧਰਮਰਾਜ ਦੀ ਕਚਹਿਰੀ ਦੇ ਵਿੱਚ ਉਹ ਮੰਗਦਾ ਹੈ, ਹਰੇਕ ਜੀਵ ਤੋਂ ਮੰਗਦਾ ਹੈ, ਹਰ ਮਨੁੱਖ ਕੋਲ ਮੰਗਦਾ ਹੈ, ਛੱਡਦਾ ਨਹੀਂ। ਔਰ ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਜਿੱਥੇ ਵੀ ਉਹ ਮੁਨਾਸਿਬ ਉਹ ਠੀਕ ਸਮਝਦਾ ਹੈ, ਉਹਨੂੰ ਉੱਥੇ ਭੇਜ ਦਿੰਦਾ ਹੈ, ਉੱਥੇ ਉਹਦੀ ਸਜ਼ਾ ਤੈਅ ਕਰ ਦਿੰਦਾ ਹੈ। ਲੇਕਿਨ ਸਤਿਗੁਰ ਉਹ ਲੇਖਾ ਜੋਖਾ ਨਾਮਦਾਨ ਦੀ ਜੁਗਤੀ ਸਮੇਂ ਆਪਣੇ ਕੋਲ ਰੱਖ ਲੈਂਦਾ ਹੈ, ਕੱਢ ਲੈਂਦਾ ਹੈ। ਲੇਕਿਨ ਅਸੀਂ ਕੀ ਕਰ ਰਹੇ ਹਾਂ? ਅਸੀਂ ਉਸੇ ਸਤਿਗੁਰ ਨੂੰ ਭੁੱਲ ਹੀ ਬੈਠੇ ਹਾਂ, ਵਿਸਾਰੀ ਬੈਠੇ ਹਾਂ, ਦੂਰ ਹੋਈ ਬੈਠੇ ਹਾਂ। ਉਹਨੂੰ ਦੂਰ ਸਮਝਦੇ ਹਾਂ, ਪਰ ਉਹ ਤਾਂ ਸਾਡੇ ਕੋਲ ਹੈ, ਸਾਡੇ ਨਾਲ ਹੈ। ਉਹ ਸਾਡੇ ਤੋਂ ਵੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ, ਤਾਈਓ ਜਾਨ ਜੁਦਾਈ ਪਈ ਸਹਿੰਦੀ ਏ। ਅਸੀਂ ਉਹਨੂੰ ਬਾਹਰ ਲੱਭਦੇ ਫਿਰਦੇ ਹਾਂ, ਅਸੀਂ ਉਹਨੂੰ ਦੂਰ ਸਮਝਦੇ ਹਾਂ। ਉਹ ਸਾਡੇ ਕੋਲ ਹੈ, ਹਰ ਵਕਤ ਹੈ, ਪਰ ਸਾਡੇ ਕੋਲ ਅੱਖ ਨਹੀਂ, ਅਸੀਂ ਦੇਖ ਨਹੀਂ ਪਾ ਰਹੇ। ਭਾਈ ਉਹ ਤਾਂ ਸਾਡੇ ਕੋਲ ਹੈ, ਸਾਡੇ ਅੰਦਰ ਹੈ, ਹਮੇਸ਼ਾ ਹਰ ਵੇਲੇ ਸਾਨੂੰ ਦੇਖ ਰਿਹਾ ਹੈ। ਅਸੀਂ ਕਰਨਾ ਕੀ ਹੈ, ਕਰ ਕੀ ਰਹੇ ਹਾਂ? ਇਸ ਕਰਕੇ ਸਾਨੂੰ ਭਜਨ ਸਿਮਰਨ ਰੋਜ਼ ਕਰਨਾ ਚਾਹੀਦਾ ਹੈ। ਉਹ ਸਿਮਰਨ ਦੇ ਸਮੇਂ ਸਾਡਾ ਧਿਆਨ ਪ੍ਰੋਪਰ ਉਸ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਹੋਣਾ ਚਾਹੀਦਾ ਹੈ, ਗੁਰੂ ਦਾ ਧਿਆਨ ਹੋਣਾ ਚਾਹੀਦਾ ਹੈ। ਜੇ ਸਾਡਾ ਧਿਆਨ ਬਾਹਰ ਹੈ, ਉਹ ਕਦੇ ਵੀ ਚੇਂਜਿੰਗ ਨਹੀਂ ਆ ਸਕਦੀ। ਕਦੇ ਵੀ ਚੇਂਜਿੰਗ ਨਹੀਂ ਆ ਸਕਦੀ। ਸਤਸੰਗ ਘਰ ਜਾਂਦੇ ਹਾਂ, ਜਦੋਂ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਸਿਰਫ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਉਹ ਸਿਮਰਨ ਕਰਦੇ ਕਰਦੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਅਸੀਂ ਦਾ ਰਿਸ਼ਤਾ ਜੋੜਨ ਵਾਸਤੇ
ਕਦਮ ਵਧਾਇਆ ਹੈ, ਸਤਸੰਗ ਕਰ ਗਏ ਹਾਂ, ਲੇਕਿਨ ਅਸੀਂ ਰਿਸ਼ਤੇ ਬਣਾ ਕੇ ਆ ਜਾਂਦੇ ਹਾਂ, ਉਸ ਤੋਂ ਦੂਰੀ ਬਣਾਉਣੀ ਹੈ। ਅੱਜ ਤੱਕ ਰਿਸ਼ਤੇ ਬਣਾਉਂਦੇ ਆਏ ਤਾਂ ਸੰਸਾਰ ਦੇ ਵਿੱਚ ਬੈਠੇ ਹਾਂ। ਰਿਸ਼ਤਾ ਬਣਾਣੇ ਨਹੀਂ, ਰਿਸ਼ਤਾ ਜੋੜਨਾ ਹੈ ਇੱਕ ਨਾਲ। ਉਹ ਸਤਿਗੁਰ ਮਾਲਿਕ, ਉਹ ਤੋਂ ਬੜਾ ਨਾ ਕੋਈ ਹੈ, ਨਾ ਹੋ ਸਕਦਾ ਹੈ। ਜਿੱਦਨ ਉਹਦੇ ਨਾਲ ਰਿਸ਼ਤਾ ਜੁੜ ਗਿਆ ਤਾਂ ਦੂਜੇ ਦੀ ਲੋੜ ਨਹੀਂ ਪੈਣੀ। ਬਾਕੀ ਸਭ ਗਰਜਾਂ ਦੇ ਰਿਸ਼ਤੇ ਹਨ। ਜੋ ਤੱਕ ਮਤਲਬ ਹੈ, ਸਾਰੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ। ਜਦੋਂ ਮਤਲਬ ਨਿਕਲ ਗਿਆ, ਕਰਮਾਂ ਦਾ ਹਿਸਾਬ ਕਿਤਾਬ ਖਤਮ ਹੋ ਗਿਆ, ਸਾਰੇ ਆਪਣੇ ਆਪਣੇ ਰਸਤੇ ਪੈ ਜਾਂਦੇ ਹਨ। ਨਾ ਕੋਈ ਕਿਸੇ ਨੂੰ ਬਣ ਸਕਦਾ ਹੈ, ਨਾ ਕਿਸੇ ਕੋਲ ਜਾ ਸਕਦਾ ਹੈ, ਨਾ ਕਿਸੇ ਨੂੰ ਬੁਲਾ ਸਕਦਾ ਹੈ, ਨਾ ਕਿਤੇ ਖਾ ਸਕਦਾ ਹੈ। ਕਿਉਂਕਿ ਜਿੱਥੇ ਵੀ ਸਾਡੇ ਕਰਮ ਹੁੰਦੇ ਹਨ, ਉਹਦੇ ਨਾਲ ਰਿਸ਼ਤਾ ਸਾਡਾ ਕਾਇਮ ਹੋ ਜਾਂਦਾ ਹੈ। ਜਿਹਦਾ ਜਿੰਨਾ ਲੈਣਾ ਦੇਣਾ ਹੁੰਦਾ ਹੈ, ਉਹਦਾ ਹਿਸਾਬ ਕਦੋਂ ਖਤਮ ਹੋ ਜਾਂਦਾ, ਸਾਰੇ ਆਪਣੇ ਆਪਣੇ ਰਸਤੇ ਪੈ ਜਾਂਦੇ ਹਨ। ਜਦੋਂ ਤੱਕ ਸਾਡੇ ਕਰਮ ਹਨ, ਕੋਈ ਕਿਸੇ ਤੋਂ ਨਾ ਦੂਰ ਹੋ ਸਕਦਾ ਹੈ, ਨਾ ਹੁੰਦਾ ਹੈ, ਕਿਉਂਕਿ ਕਰਮ ਉਸ ਨੂੰ ਬੰਨ੍ਹ ਕੇ ਰੱਖਦੇ ਹਨ। ਜਦੋਂ ਤੱਕ ਕਰਮਾਂ ਦਾ ਹਿਸਾਬ ਕਿਤਾਬ ਬਣਿਆ ਰਹਿੰਦਾ ਹੈ, ਉਦੋਂ ਤੱਕ ਰਿਸ਼ਤੇ ਕਾਇਮ ਰਹਿੰਦੇ ਹਨ। ਅਸੀਂ ਆਪਣੇ ਅੰਦਰ ਪਿਛਲੀ ਵਾਰ ਝਾਤੀ ਮਾਰ ਕੇ ਦੇਖੀਏ, ਅਸੀਂ ਬਚਪਨ ਦੇ ਵਿੱਚ ਅਸੀਂ ਕਿੱਥੇ ਖੇਲਿਆ ਸੀ, ਸਕੂਲਾਂ ਵਿੱਚ ਕਿਹੜੇ ਸਾਡੇ ਯਾਰ ਦੋਸਤ ਸੀ, ਕਾਲਜਾਂ ਵਿੱਚ ਕਿਹੜੇ ਯਾਰ ਦੋਸਤ ਸੀ, ਕਿੱਥੇ ਜਾ ਕੇ ਆਪਾਂ ਨੇ ਕੰਮ ਕੀਤਾ, ਜਿੱਥੇ ਜਨਮ ਲਿਆ, ਅੱਜ ਕਿੱਥੇ ਬੈਠੇ ਹਾਂ, ਕੱਲ ਦਾ ਹਾਲੇ ਪਤਾ ਨਹੀਂ ਕਿੱਥੇ ਜਾਣਾ ਹੈ। ਕੱਲ ਕੋਈ ਹੋਰ ਸੀ ਰਿਸ਼ਤੇ, ਅੱਜ ਕੋਈ ਹੋਰ ਰਿਸ਼ਤੇ ਨੇ, ਕੱਲ ਕਿਸੇ ਹੋਰ ਦੇ ਨਾਲ ਰਿਸ਼ਤੇ ਸਾਡੇ ਕਿੰਨੇ ਆ ਕੇ ਮਿਲਨੇ ਹਨ, ਕੋਈ ਪਤਾ ਨਹੀਂ। ਵਕਤ ਨਾਲ ਸਭ ਕੁਝ ਬਦਲਦਾ ਹੈ। ਕੱਲ ਬੱਚੇ ਸੀ, ਅੱਜ ਬੜੇ ਹੋ ਗਏ, ਜਵਾਨ ਹੋ ਗਏ, ਕੱਲ ਬੁੱਢੇ ਹੋ ਜਾਣਾ, ਫਿਰ ਮਿੱਟੀ ਵਿੱਚ ਰਲ ਜਾਣਾ। ਇਸ ਕਰਕੇ ਵਿਚਾਰਨਾ ਹੈ ਕਿ ਭਾਈ ਅਸਲੀ ਕੰਮ ਕਿਹੜਾ ਹੈ, ਉਹ ਕਰਨਾ ਕੀ ਹੈ, ਕਰ ਕੀ ਰਹੇ ਹਾਂ। ਸੋਚੋ, ਇਹ ਜਨਮ ਬੜਾ ਕੀਮਤੀ ਹੈ। ਨਹੀਂ, ਸਤਿਗੁਰ ਨੇ ਸਾਨੂੰ ਪੁੱਛਣਾ ਹੈ, ਇਹ ਸਵਾਸਾਂ ਦੀ ਕੁੰਜੀ ਜਿਹੜੀ ਸਾਨੂੰ ਦਿੱਤੀ ਹੈ, ਇਹ ਵਿਅਰਥ ਜਾ ਰਹੀ ਹੈ, ਇਹ ਬਾਰ-ਬਾਰ ਨਹੀਂ ਮਿਲਣੀ। ਕਿਸੇ ਦੇ ਭੁਲੇਖੇ ਵਿੱਚ ਨਹੀਂ ਰਹਿਣਾ ਕਿ ਸਾਡੀ ਕੋਈ ਆ ਕੇ ਮਦਦ ਕਰੂਗਾ। ਜਦੋਂ ਤੱਕ ਰਿਸ਼ਤਾ ਨਹੀਂ ਜੋੜਿਆ, ਕੀ ਆ ਕੇ ਮਦਦ ਕਰ ਪਾਊਗਾ? ਕਿਵੇਂ ਮਦਦ ਹੋਣੀ ਹੈ? ਅਸੀਂ ਉਸ ਪ੍ਰਕਾਸ਼ ਨੂੰ ਦੇਖ ਹੀ ਨਹੀਂ ਪਾਉਂਦੇ, ਉਹਨੂੰ ਪਕੜ ਹੀ ਨਹੀਂ ਪਾਉਂਦੇ, ਉਹ ਕਿਵੇਂ ਮਦਦ ਕਰੇਗਾ? ਅਸੀਂ ਮਦਦ ਲੈਣ ਨੂੰ ਤਿਆਰ ਨਹੀਂ, ਦੇਣ ਵਾਲਾ ਤਾਂ ਦੇ ਰਿਹਾ, ਅਸੀਂ ਪਕੜਦੇ ਹੀ ਨਹੀਂ। कहता हूँ कह जात हूँ और बजाऊं ढोल, खाली श्वासा जा रहा 3 लोक का मोल। ਜਦੋਂ ਇਹ ਸਵਾਸ ਖਤਮ ਹੋ ਜਾਣੇ ਨੇ, ਇਹ 3 ਲੋਕ ਵੀ ਅੱਗੇ ਰੱਖ ਦਵੋ ਤਾਂ ਇੱਕ ਸਵਾਸ ਨਹੀਂ ਮਿਲਣਾ। ਇੰਨਾ ਕੀਮਤੀ ਹੈ। ਅਸੀਂ ਭੰਗ ਦੇ ਪਹਾੜੇ ਇਹਨੂੰ ਖਤਮ ਕਰਨ ਲੱਗੇ ਹੋਏ ਹਾਂ, ਨਿੰਦਿਆ ਚੁਗਲੀ ਕਰਨ ਲੱਗੇ ਹੋਏ ਹਾਂ, ਆਸਾ ਤ੍ਰਿਸ਼ਨਾ ਰੱਖਣ ਲੱਗੇ ਹੋਏ ਹਾਂ, ਸੰਸਾਰ ਨੂੰ ਆਪਣਾ ਬਣਾਉਣ ਲੱਗੇ ਹੋਏ ਹਾਂ, ਸਮਾਨ ਬੰਨਣ ਲੱਗੇ ਹੋਏ ਹਾਂ, ਦੂਜਿਆਂ ਦੀ ਖੁਸ਼ੀ ਦਾ ਧਿਆਨ ਰੱਖਦੇ ਹਾਂ, ਲੇਕਿਨ ਮਾਲਕ ਦੀ ਖੁਸ਼ੀ ਦਾ ਧਿਆਨ ਨਹੀਂ ਰੱਖਦੇ। ਸਭ ਦੀ ਖੁਸ਼ੀ ਦਾ ਧਿਆਨ ਹੈ, ਮਾਲਕ ਦੀ ਖੁਸ਼ੀ ਦਾ ਧਿਆਨ ਨਹੀਂ। ਜਦੋਂ ਵੀ ਸਾਡਾ ਡੇਲੀ ਦਾ ਸ਼ਡਿਊਲ ਬਣਦਾ ਹੈ,
ਸਿਮਰਨ ਸਭ ਤੋਂ ਐਂਡ ਤੇ ਆਂਦਾ ਹੈ। ਹੋ ਗਿਆ ਬਹੁਤ ਵਧੀਆ ਗੱਲ ਹੈ, ਜੇ ਨਹੀਂ ਹੋਇਆ ਕੱਲ ਕਰ ਲਵਾਂਗੇ। ਜੇ ਅਸੀਂ ਬੈਠਦੇ ਵੀ ਹਾਂ ਤਾਂ ਧਿਆਨ ਸਾਡਾ ਬਾਹਰ ਹੁੰਦਾ ਹੈ, ਜਾਂ ਸੋ ਜਾਂਦੇ ਹਾਂ। ਨੀਂਦ ਪੂਰੀ ਕਰਨੀ ਹੈ ਤਾਂ ਬਸ ਸਿਮਰਨ ਤੇ ਬੈਠ ਜਾਓ। ਕਦੀ ਦੁਕਾਨ ਤੇ ਬੈਠਦੇ ਹੋਏ ਨੀਂਦ ਆਈ ਹੈ? ਕਦੀ ਵੀ ਨੀਂਦ ਨਹੀਂ ਆਉਂਦੀ। ਕਿਚਨ 'ਚ ਕੰਮ ਕਰਦੇ ਹੋਏ ਕਦੀ ਨੀਂਦ ਆਈ ਹੈ? ਕਦੀ ਵੀ ਨੀਂਦ ਨਹੀਂ ਆਉਂਦੀ। ਕਿਸੇ ਨਾਲ ਗੱਲਾਂ ਕਰਦੇ ਹੋਏ, ਚੁਗਲੀਆਂ ਮਾਰਦੇ ਹੋਏ, ਹੋਰ ਟੀਵੀ ਦੇਖਦੇ ਹੋਏ, ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੜੀ ਖੁਸ਼ੀ-ਖੁਸ਼ੀ ਨਿਭਾਉਂਦੇ ਹਾਂ, ਕਦੀ ਨੀਂਦ ਨਹੀਂ ਆਉਂਦੀ। ਇੱਕ ਨੀਂਦ ਦਾ ਝਪਕਾ ਲੱਗੇ ਨਮਕ ਜ਼ਿਆਦਾ ਪੈ ਜਾਊਗਾ। ਇੱਕ ਨੀਂਦ ਦਾ ਝਪਕਾ ਲੱਗੇ ਅੱਗ ਦੇ ਉੱਪਰ ਸਮਾਨ ਹੀ ਕੁਝ ਹੋਰ ਬਣ ਜਾਊਗਾ। ਇੱਕ ਝਪਕਾ ਲੱਗੇ ਇੱਕ ਬੰਦਾ ਭੁੱਲੇ ਦੁੱਧ ਬਾਹਰ ਆ ਜਾਊਗਾ। ਕਦੀ ਨਹੀਂ ਭੁੱਲਦੇ, ਚੁਕੰਨੇ ਰਹਿੰਦੇ ਹਾਂ। ਦੁਕਾਨ ਤੇ ਬੈਠਦੇ ਹਾਂ, ਭੁੱਲ ਜਾਂਦੇ ਹਾਂ। ਕਦੀ ਨਹੀਂ ਭੁੱਲਦੇ ਕਿ ਭਾਈ ਇਹਨੂੰ 10 ਰੁਪਏ ਦੇਣੇ ਹਨ ਜਾਂ ਇਹਨੂੰ 50 ਰੁਪਏ ਦੇਣੇ ਹਨ। ਬੜੀ ਖੁਸ਼ੀ-ਖੁਸ਼ੀ ਪੈਸੇ ਕੱਟਦੇ ਹਾਂ ਔਰ ਧਿਆਨ ਨਾਲ 2 ਵਾਰੀ ਚੈੱਕ ਕਰਕੇ ਫਿਰ ਅਸੀਂ ਉਹਨੂੰ ਪੈਸੇ ਵਾਪਸ ਕਰਦੇ ਹਾਂ। ਕਦੀ ਨੀਂਦ ਨਹੀਂ ਆਉਂਦੀ, ਕਦੀ ਭੁੱਲਦੇ ਨਹੀਂ। ਕਿਉਂ? ਕਿਉਂਕਿ ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਅਸੀਂ ਸਭ ਨੂੰ ਆਪਣਾ ਸਮਝਦੇ ਹਾਂ, ਸਭ ਨੂੰ ਆਪਣਾ ਬਣਾਇਆ ਹੈ। ਉਸ ਮਾਲਕ ਨੂੰ ਅਸੀਂ ਆਪਣੇ ਆਪ ਤੋਂ ਅਲੱਗ ਸਮਝਦੇ ਹਾਂ, ਦੂਰ ਸਮਝਦੇ ਹਾਂ। ਤਾਂ ਹੀ ਸਤਿਗੁਰੂ ਨੂੰ ਕਹਿਣਾ ਪਿਆ, ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਆਪਾਂ ਤਾਂ ਅਲੱਗ ਬਣਾਈ ਬੈਠੇ ਹਾਂ। ਜੋ ਸਾਡਾ ਹੈ, ਸਾਡਾ ਬਣ ਸਕਦਾ ਹੈ, ਅਸੀਂ ਉਸ ਨੂੰ ਆਪਣਾ ਬਣਾਉਂਦੇ ਨਹੀਂ। ਜਿਸ ਨੂੰ ਅਸੀਂ ਆਪਣਾ ਬਣ ਨਹੀਂ ਸਕਦਾ, ਅਸੀਂ ਉਹਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਜਦੋਂ ਮਾਲਕ ਨੇ ਪੁੱਛਣਾ ਹੈ, ਐਂਡ ਹੋਣਾ ਹੈ, ਜਾਣਾ ਹੈ, ਅਸੀਂ ਸਭ ਨੇ ਜਾਣਾ ਹੈ। ਫਿਰ ਕੀ ਹੋਣਾ? ਦਿਨ ਔਰ ਰਾਤ ਦੇ 8 ਪਹਿਰ ਹੁੰਦੇ ਹਨ। ਇਹ 4 ਪਹਿਰ ਅਸੀਂ ਦਿਨ ਦੇ ਕੰਮਾਂ-ਕਾਰਾਂ ਦੇ ਵਿੱਚ, ਆਸਾ ਤ੍ਰਿਸ਼ਨਾ ਦੇ ਵਿੱਚ, ਦੁਨੀਆ ਦੇ ਭੋਗਾਂ ਦੇ ਵਿੱਚ ਗੁਜ਼ਾਰ ਦਿੰਦੇ ਹਾਂ। ਕਿਹੜੀ ਰਾਤ ਬਚਦੀ ਹੈ, ਉਹ ਵੀ ਸੋ ਕੇ ਗੁਜ਼ਾਰ ਦਿੰਦੇ ਹਾਂ। ਕਦੀ ਰਾਤ ਨੂੰ ਅਸੀਂ ਪੂਰੀ ਰਾਤ ਕਦੀ ਬੈਠ ਕੇ, ਕਦੀ ਉਸ ਮਾਲਕ ਪ੍ਰੀਤਮ ਦੇ ਵਿੱਚ ਜਾਗ ਕੇ ਕਦੀ ਜਾਗੀ ਹੈ? ਬੜੇ ਮਹਾਰਾਜ ਜੀ ਫਰਮਾਇਆ ਕਰਦੇ ਹਨ, ਇੱਕ ਆਪਣੀ ਘਰਵਾਲੀ ਦਾ, ਮਿਸੀ ਦਾ ਸਿਰ ਵੀ ਦਰਦ ਹੋ ਰਿਹਾ, ਪੂਰੀ ਰਾਤ ਨੀਂਦ ਨਹੀਂ ਆਉਂਦੀ। ਬੱਚੇ ਨੂੰ ਥੋੜੀ ਪ੍ਰੋਬਲਮ ਆ ਜਾਵੇ, ਅਸੀਂ ਸਾਰੀ ਰਾਤ ਜਾਗਦੇ ਹਾਂ, ਸਰਾਣੇ ਬੈਠੇ ਰਹਿੰਦੇ ਹਾਂ। ਮੌਤ ਸਾਡੇ ਸਰਾਣੇ ਖੜੀ ਹੈ, ਅਸੀਂ ਸੁੱਤੇ ਪਏ ਹਾਂ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰੱਬ ਮੰਗਸੀਆ, ਆਇਓ ਕਿਹੜੇ ਕੰਮ। ਸੁੱਤੇ ਆਏ ਜਾਂ ਸੁੱਤੇ ਚਲੇ ਜਾਣਾ। ਬੜੇ ਦੁੱਖ ਨਾਲ ਅਫਸੋਸ ਹੁੰਦਾ ਹੈ, ਬਹੁਤ ਅਫਸੋਸ ਹੁੰਦਾ ਹੈ। ਉਹ ਮਾਲਿਕ ਸੱਚਖੰਡ ਛੱਡ ਕੇ ਇਹ 5 ਤੱਤਾਂ ਦਾ ਚੋਲਾ ਧਾਰ ਕੇ ਸਾਡੇ ਕੋਲ ਆ ਗਿਆ, ਸਾਡੇ ਵਰਗਾ ਬਣ ਕੇ ਆ ਗਿਆ। ਉਹ ਇਨਸਾਨ ਨਹੀਂ ਹੈ, ਉਹ ਕੁਲ ਮਾਲਿਕ ਹੈ, ਸਤਿਗੁਰ ਹੈ, ਪਰਮਾਤਮਾ ਹੈ। ਲੇਕਿਨ ਕਦੀ ਵੀ ਅੱਜ ਤੱਕ ਉਹਨੇ ਦਰਸਾਉਂਦਾ ਨਹੀਂ। ਖੰਡਾਂ ਬ੍ਰਹਮੰਡਾਂ ਦਿਆਂ ਮਾਲਕਾਂ, ਆ ਗਿਆ ਤੂੰ ਚੋਲਾ ਧਾਰ ਕੇ।
ਉਹ ਸਤਿਗੁਰ ਸੱਚਖੰਡ ਤੋਂ ਉੱਠ ਕੇ ਸਾਨੂੰ ਲੈਣ ਵਾਸਤੇ ਸਾਡੇ ਵਰਗਾ ਇੱਥੇ ਆ ਗਿਆ ਹੈ। ਹੁਣ ਚੱਲਣਾ ਅਸੀਂ ਹੈ। ਉਹ ਲੈਣ ਵਾਸਤੇ ਬੈਠਾ ਹੈ, ਆਵਾਜ਼ਾਂ ਮਾਰਨ ਲੱਗਿਆ ਹੋਇਆ। ਉਹ ਦਿਨ ਰਾਤ ਆਵਾਜ਼ਾਂ ਮਾਰ ਰਿਹਾ ਹੈ, ਇੰਤਜ਼ਾਰ ਵਿੱਚ ਬੈਠਾ ਹੈ। ਅਸੀਂ ਜਾਣ ਨੂੰ ਤਿਆਰ ਨਹੀਂ ਹਾਂ, ਕੁਝ ਛੱਡਣ ਨੂੰ ਤਿਆਰ ਨਹੀਂ ਹਾਂ। ਅਸੀਂ ਆਪਣੇ ਆਪ ਨੂੰ ਪੁੱਛੋ, ਸਵਾਲ ਕਰੋ ਕਿ ਕਿਹੜੀ ਚੀਜ਼ ਛੱਡੀ ਹੈ? ਕਿਹੜੇ ਭੋਗਾਂ ਨੂੰ ਅਸੀਂ ਛੱਡ ਦਿੱਤਾ? ਕਿਹੜੇ ਸਵਾਦਾਂ ਨੂੰ ਛੱਡ ਦਿੱਤਾ? ਕਿਹੜੇ ਰਿਸ਼ਤੇਦਾਰੀਆਂ ਨੂੰ ਛੱਡ ਦਿੱਤਾ? ਕਿਹੜੀ ਯਾਰੀ ਦੋਸਤੀ ਨੂੰ ਛੱਡ ਦਿੱਤਾ? ਕਿਆ ਪੰਜ ਵਿਕਾਰਾਂ ਨੂੰ ਛੱਡ ਦਿੱਤਾ? ਕਿ ਮਨ ਦੇ ਅਸੀਂ ਜੋ ਖਾਣ ਪੀਣ ਲੱਗੇ ਹੋਏ ਆ ਉਹਨੂੰ ਛੱਡ ਦਿੱਤਾ? ਸਾਰੇ ਰਿਸ਼ਤੇ ਬੜੀ ਖੁਸ਼ੀ ਨਾਲ ਨਿਭਾਉਂਦੇ ਹਾਂ, ਸਾਰੀ ਜ਼ਿੰਮੇਵਾਰੀ ਬੜੀ ਖੁਸ਼ੀ ਨਾਲ ਨਿਭਾਉਂਦੇ ਹਾਂ। ਵਿਕਾਰਾਂ ਵਿੱਚ ਅਸੀਂ ਧੱਸੀ ਬੈਠੇ ਹਾਂ, ਸੋਚਦੇ ਨਹੀਂ, ਵਿਚਾਰਦੇ ਨਹੀਂ, ਛੱਡਦੇ ਨਹੀਂ। ਹੱਦ ਹੁੰਦੀ ਹੈ ਕਿਸੇ ਚੀਜ਼ ਦੀ, ਉਮਰ ਲੰਘੀ ਜਾਂਦੀ ਹੈ, ਵਿਕਾਰ ਉੱਥੇ ਹੀ ਖੜੇ ਹਨ। ਸਰੀਰ ਖਤਮ ਹੋ ਗਿਆ ਪਰ ਵਿਕਾਰ ਖਤਮ ਨਹੀਂ ਹੋਏ, ਉੱਥੇ ਦੇ ਉੱਥੇ। ਲਾਨਤ ਹੈ ਐਸੇ ਇਨਸਾਨ ਦੇ ਕਿ ਵਿਕਾਰ ਛੱਡਣ ਨੂੰ ਤਿਆਰ ਹੀ ਨਹੀਂ, ਔਰ ਜਿਹਨੂੰ ਨਾਮ ਦੀ ਜੁਗਤੀ ਮਿਲ ਜਾਵੇ। ਪਰ ਛੱਡਣਾ ਹੈ, ਛੱਡਣਾ ਪਊਗਾ, ਤਾਂ ਜਾ ਕੇ ਉਹ ਦੌਲਤ ਜੋ ਸਾਡੇ ਅੰਦਰ ਪਈ ਹੈ ਅਸੀਂ ਉਸ ਨੂੰ ਪਾ ਸਕਦੇ ਹਾਂ। ਉਹ ਦੌਲਤ ਜੋ ਸਾਡੇ ਅੰਦਰ ਹੈ, ਸਾਡੇ ਵਾਸਤੇ ਹੈ, ਉਸ ਮਾਲਕ ਨੇ ਰੱਖੀ ਹੈ। ਅਸੀਂ ਕੁਝ ਛੱਡਣ ਨੂੰ ਤਿਆਰ ਨਹੀਂ ਹਾਂ, ਬੰਨੀ ਬੈਠੇ ਹਾਂ। ਮੇਰਾ ਮੇਰਾ ਮੇਰਾ, ਮੇਰੇ ਬੱਚੇ ਹਨ, ਮੇਰਾ ਸੰਸਾਰ ਹੈ, ਮੇਰਾ ਪਰਿਵਾਰ ਹੈ, ਮੇਰਾ ਘਰ-ਬਾਰ ਹੈ, ਸਭ ਕੁਝ ਮੇਰਾ ਹੈ। ਉਹ ਬਈ ਮੇਰਾ ਮੇਰਾ ਤਾਂ ਮੇਰਾ ਕੁਝ ਵੀ ਨਹੀਂ ਹੈ, ਤੇਰਾ ਹੈ। ਜੋ ਕੁछ है सो तेरा, तेरा तुझको सौंप दूं क्या लागे मेरा। किस भुलेखे विच बैठे हां? सब कुछ उस मालिक दा है, सब कुछ उस मालिक दा। विचार करो, विचार करो, सोचो, अपने आप को थोड़ा जा हिलावो। किसी ने काम नहीं आना, इको ही है, वो है नाम, शब्द। जे अज असीं उस नूं कमा लवांगे ते वो इत्थे ते उत्थे साडा सहारा बनूगा। राज सुन। मेरे प्रीतमा हो जीवा नाम ते आई, बिन नावे जीवन नाथिए, मेरे सतगुर नाम दृढ़ाए। मेरे प्रीतमा हो जीवा नाम ते आए, नाम मिले मन तृप्ति बिन नामे त्रिग जीवास। कोई गुर मुख सजण जे मिले, मैं दसे प्रभु गुण तास। हाँ तिस विटो
चौखन्निए मैं नाम करे परगास मैं नाम करे परगास मेरे प्रीतमा। परमार्थ की खोज को सब्सक्राइब करो, ऑल के बटन को क्लिक करो, लाइक करो, शेयर करो ताकि परमार्थ के संबंधी सारी जानकारी की नोटिफिकेशन आपको मिल सके। राधा स्वामी।